ਗੁਰੂ ਸਾਰੀ ਸਾਧ ਸੰਗਤ ਜੀਓ, ਆਪਣੇ ਮਨ ਬਿਰਤਿਆਂ ਨੂੰ ਇਕਾਗਰ ਕਰਦੇ ਹੋਏ ਬੜੇ ਹੀ ਪਿਆਰ ਸਹਿਤ ਗੁਰੂ ਚਰਨਾਂ ਦੇ ਅੰਦਰ ਸੀਸ ਨਿਵਾ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਉਪਰੰਤ ਫਤਿਹ ਬੁਲਾਈਏ। ਫਤਿਹ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੁਸਾਂ ਨਾਮ ਦਾ ਜ਼ਿਕਰ ਸੁਣਿਆ, ਨਾਮ ਦੀ ਵਡਿਆਈ ਸੁਣੀ, ਨਾਮ ਦੀ ਮਹਿਮਾ ਸੁਣੀ। ਸਤਿਗੁਰੂ ਮਹਾਰਾਜ ਕਿਸੇ ਨਾਮ ਤੋਂ ਕੁਰਬਾਨ ਜਾਂਦੇ ਦੇਖੇ, ਉਸ ਸੱਚੇ ਸਾਹਿਬ ਨੂੰ ਕਹਿ ਰਹੇ ਸਨ ਕਿ ਹਾਂ ਕੁਰਬਾਨ ਜਾਈ ਤੇਰੇ ਨਾਵੈ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਤੇ ਇਹ ਜਿਹੜੇ ਨਾਮ ਹਨ ਗੁਰਮਤਿ ਦੇ ਅੰਦਰ, ਜੋ ਨਾਮ ਆਏ ਹਨ, ਦੋ ਨਾਮ ਆਏ ਹਨ ਜੀ। ਜਦੋਂ ਕਿਸੇ ਨੇ ਅੰਮ੍ਰਿਤ ਛਕਿਆ ਹੈ ਉਦੋਂ ਪੰਜਾਂ ਪਿਆਰਿਆਂ ਨੇ ਗੁਰੂ ਸੰਗਤ ਦੇ ਰੂਪ ਵਿੱਚ, ਗੁਰੂ ਸੰਗਤ ਜੋ ਗੁਰੂ ਖਾਲਸਾ ਹੈ, ਖਾਲਸਾ ਜੋ ਗੁਰੂ ਦਾ ਹੀ ਰੂਪ ਹੈ, ਉਹਨਾਂ ਦੇ ਮੁਖਾਰਬਿੰਦ ਤੋਂ ਆਪ ਜੀ ਨੇ ਸੁਣਿਆ ਹੀ ਹੋਣਾ ਹੈ ਕਿ ਇੱਕ ਮੂਲ ਮੰਤਰ, ਪਹਿਲਾ ਮੁੱਢ ਦਾ, ਆਦਿ ਦਾ ਮੂਲ ਮੰਤਰ, ਜਿੱਤੋਂ ਆਪ ਜੀ ਭਲੀ ਪ੍ਰਕਾਰ ਜਾਣੂ ਹੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਦੂਸਰਾ ਗੁਰ ਮੰਤਰ, ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਖਿਆ ਹੈ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਸਾਲਾਹਣਾ, ਵਾਹਿਗੁਰੂ ਵੱਡੀ ਵਡਿਆਈ। ਕੱਲ੍ਹ ਦੇ ਸਮੇਂ ਕੁਝ ਜ਼ਿਕਰ ਕਰਾਂਗੇ ਵਾਹਿਗੁਰੂ ਦਾ, ਪਰ ਅੱਜ ਦੇ ਸਮੇਂ ਸਿਰਫ ਇਸ ਮੂਲ ਮੰਤਰ ਦੇ ਉੱਤੇ ਹੀ ਥੋੜ੍ਹੀ ਜਿਹੀ ਆਪਾਂ ਵਿਚਾਰ ਕਰਨੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸਾਨੂੰ ਐਸਾ ਮੰਤਰ ਦਿੱਤਾ, ਔਰ ਮੰਤਰ ਦੇ ਕੇ ਆਖਿਆ ਕਲਯੁਗ ਦੇ ਅੰਦਰ ਇਹੋ ਹੀ ਪ੍ਰਮਾਣ ਹੈ, ਇਹੋ ਹੀ ਪ੍ਰਵਾਨ ਹੈ, ਇਹਦੇ ਨਾਲ ਹੀ ਪ੍ਰਾਣੀ ਮਾਤਰ ਦਾ ਉਧਾਰ ਹੋਏਗਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਹੋਰ ਸਪਸ਼ਟ ਕਰ ਦਿੱਤਾ। ਮਹਿਲਾ ਪੰਜਵਾਂ ਫੁਨਹ ਦੀ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਆਖਿਆ ਸੀ ਵੇਦ ਪੁਰਾਣ ਸ਼ਾਸਤਰ ਵਿਚਾਰੂ। ਇਹ ਬਹੁਤ ਪਹਿਲਾਂ ਤੋਂ ਚੱਲਿਆ ਆ ਰਿਹਾ ਵਿਚਾਰ ਹੈ। ਜਦੋਂ ਤੋਂ ਮਨੁੱਖ ਦੀ ਹੋਸ਼ ਨੇ ਸੁਰਤ ਸੰਭਾਲੀ, ਜਦੋਂ ਤੋਂ ਹੀ ਉਸਨੇ ਇਹ ਜਾਣਨਾ ਚਾਹਿਆ ਤੇ ਜਾਣ ਲਿਆ ਕਿ ਮੇਰਾ ਕਰਤਾ ਪੁਰਖ ਕੌਣ ਹੈ, ਕੌਣ ਹੈ ਮੇਰਾ ਕਰਨ ਕਰਾਵਣਹਾਰ, ਜਿਸ ਦਾ ਮੈਂ ਕੀਤਾ ਹੋਇਆ ਹਾਂ। ਤੇ ਬਸ ਉਸਨੇ ਇਹ ਜੋ ਪਰਮਾਤਮਾ ਦਾ ਨਾਮ ਲੱਭਿਆ, ਉਹ ਫਿਰ ਉਦੋਂ ਹੀ ਲਿਖ ਦਿੱਤਾ। ਤੇ ਇਹਦੀ ਉਮਰ ਹਜ਼ਾਰਾਂ ਸਾਲਾਂ ਤੋਂ ਵੀ ਜ਼ਿਆਦਾ ਹੈ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕ ਓੰਕਾਰ ਨਾਮ ਉਰਧਾਰੰ। ਨਾਮ ਜਦੋਂ ਉਹਦਾ ਪਾਠ ਕਰਨਾ ਹੋਵੇ ਤਾਂ ਉਹਨਾਂ ਦੀ ਕੁਛ ਰੂਪ ਰੇਖਾ, ਕੋਈ ਬਣਤਰ ਉਚਾਰਨ ਹੋਰ ਹੁੰਦੀ ਹੈ। ਜਦੋਂ ਉਹਦਾ ਸਿਮਰਨ ਹੋ ਜਾਏ ਤੇ ਜਦੋਂ ਉਹਦੀ ਇੱਕ ਲਗਾਤਾਰ ਉਚਾਰਨ ਹੋ ਜਾਏ, ਉਹਦੀ ਧੁਨੀ ਬਣ ਜਾਏ, ਤਾਂ ਉਹਦਾ ਉਚਾਰਨ ਕੁਝ ਹੋਰ ਹੋ ਜਾਂਦਾ ਹੈ। ਤੇ ਇਸ ਲਈ ਕੋਈ ਹੋਰ ਦਾ ਹੋਰ ਹੀ ਨਾ ਬਣਾ ਲਵੇ। ਗੁਰੂ ਮਹਾਰਾਜ ਜੀ ਨੇ ਆਪ ਹੀ ਬਾਣੀ ਵਿੱਚ ਲਿਖ ਦਿੱਤਾ ਕਿ ਏਕ ਓੰਕਾਰ, ਏਕ ਓੰਕਾਰ ਨਾਮ ਉਰਧਾਰੰ ਕੁਲਹਿ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ। ਇੱਕ ਹੋਰ ਥਾਂ ਗੁਰੂ ਮਹਾਰਾਜ ਜੀ ਨੇ ਫਰਮਾਇਆ ਕਿ ਕੀਰਤਮ ਨਾਮ ਕਥੇ ਤੇਰੇ ਜਿਹਵਾ ਮੇਰੇ ਸਾਹਿਬਾ, ਤੇਰੇ ਕੀਰਤਮ ਨਾਮ ਤਾਂ ਜਿਹਵਾ ਅਨੇਕ ਹੀ ਕਥਦੀ ਹੈ। ਕੀਰਤਮ ਨਾਮ ਦਾ ਮਤਲਬ ਹੈ ਜਿੱਦਾਂ ਦੀ ਪਰਮਾਤਮਾ ਦੀ ਕਿਸੇ ਨੇ ਕੋਈ ਕਿਰਤ ਦੇਖੀ, ਉਦਾਂ ਦਾ ਉਹਦਾ ਇੱਕ ਨਾਮ ਰੱਖ ਦਿੱਤਾ। ਜਿਸ ਤਰ੍ਹਾਂ ਇਸ ਪ੍ਰਿਥਵੀ ਨੂੰ ਸੰਸਕ੍ਰਿਤ ਜ਼ੁਬਾਨ ਦੇ ਅੰਦਰ ਗੋ ਕਹਿੰਦੇ ਹਨ। ਬਿੰਦ ਮੈਨੇ ਸਿਰਜਣਾ, ਜੇ ਅਸੀਂ ਦੇਖਿਆ ਕਿ ਉਸਨੇ ਪ੍ਰਿਥਵੀ ਸਾਜੀ ਤੇ ਉਹਨੂੰ ਅਸੀਂ ਗੋਬਿੰਦ ਕਹਿ ਦਿੱਤਾ। ਤੇ ਜੇ ਪ੍ਰਿਥਵੀ ਸਾਜ ਕੇ ਉਸਨੇ ਇਸ ਦੀ ਪ੍ਰਤਿਪਾਲਨਾ ਕੀਤੀ ਤੇ ਅਸੀਂ ਉਸਨੂੰ ਪਾਲਿਆ ਤੇ ਉਸਨੂੰ ਅਸੀਂ ਗੋਪਾਲ ਕਹਿ ਦਿੱਤਾ। ਉਹਦੇ ਦੁਨੀਆ ਦੇ ਉੱਤੇ ਕਰਮ ਦੇਖੇ ਤੇ ਉਸਨੂੰ ਕਰੀਮ ਕਹਿ ਦਿੱਤਾ। ਉਹਦਾ ਇਸ ਧਰਤੀ ਦੇ ਉੱਤੇ ਰਹਿਮ ਦੇਖਿਆ ਤੇ ਉਸਨੂੰ ਰਹੀਮ ਕਹਿ ਦਿੱਤਾ। ਜਿਸ ਤਰ੍ਹਾਂ ਉਹਦੀ ਕਿਰਤ ਦੇਖਦੇ ਚਲੇ ਗਏ, ਉਦਾਂ ਉਹਦੇ ਨਾਮ ਰੱਖਦੇ ਚਲੇ ਗਏ। ਤੇ ਅਗਲੀ ਤੁਕ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਸਤਨਾਮ ਤੇਰਾ ਪਰਾਪੂਰਬਲਾ, ਜਿਹੜਾ ਤੇਰਾ ਇਹ ਸੱਚਾ ਨਾਮ ਹੈ, ਸਤਨਾਮ ਹੈ, ਇਹ ਬੜਾ ਪੁਰਾਣਾ ਤੇ ਪੂਰਬਲਾ ਹੈ, ਆਦ ਯੁਗਾਦ ਪੁਰਾਣਾ ਹੈ। ਇਹ ਸੱਚ ਨਾਮ ਫਿਰ ਕੀ ਹੋਇਆ?
जे मूल मंत्र लिखिया होया पढ़ो तो सतनाम दे उत्ते इस तरह लैफ्ट साइड नूं एक एरो ड्रॉ कर लईए तो बस ये अर्थ इत्थे ही स्पष्ट हो जाता है कि गुरु महाराज जी का जो सतनाम का इशारा है, सच्चे नाम वाल इशारा है, वो एक ओंकार वाल है। प्यार नाल आखो सतनाम श्री वाहिगुरु। अगे सारी यदि व्याख्या तुरदी है कि ਉਹਦਾ नाम है जो जगत का करता है और जो पुरुष है जो निरभव है, निर्वैर है। पर नाम यहो ही सच्चा है जिहड़ा कि गुरु महाराज जी ने मूल विच लिख दिता और मुंड विच लिख दिता, एक ओंकार। ते इस सारे नूं इहदी व्याख्या सहित मूल मंत्र आख दिता गुरु महाराज जी ने। ये नाम बदलदा रहा। पहला ये नाम होर सी, कहंदे पहला ओम सी, सिर्फ ओम। ये नाम रखिया नहीं गया। बस जिस तरह इंसान का मूँह खुलण तो लैके मूँह बंद होने की जो क्रिया होई, उहदे नाल जो उचारण होया तो वह परमात्मा का नाम हो गया। तुसी इंज आवाज़ अपनी बोल के थोड़ी जी तो मूँह खोल के तो फिर बंद करो तो अपने आप ही ओम बन जाता है, ओम। तो फिर जदों ये विचार होई कि ये कदों तो है, पर कौन कहे तू कद का, कोई नहीं कह सकिया कि कह ना सके को तू कद का। ये तो लगातार है, हमेशा है, पिछे तो है तो अगे तो यदा ना कोई आद लभ सकता है ना अंत लभ सकता है। उपनिषदां दा समा सी उस जमाने दे अंदर। तो फिर लफ्ज़ां दी घाड़त घड़ी जा रही सी। कई लफ्ज़ नवे होंद विच आ गए सन। जिहड़ी साडी बोली सी विकसित हो रही सी, तो उहदे विच एक शब्द होंद विच आया, कार। ओंकार किद्दां होया, मैं इसकी जरा जिक्र कर रहा हाँ। देखो जदों असी कोई सितार वजा रही होइए, ਉਹਦੀ ਤਾਰ ਨੂੰ ਇੱਕ ਵਾਰੀ ਛੇੜੀਏ तो ਉਹਦੀ आवाज़ ਅਸੀਂ ਕਹਾਂਗੇ झन करके आवाज़ आई है। ਜਦੋਂ ਉਹ लगातार ਉਸ ਨੂੰ ਛੇੜੋ, ਉਹਦਾ ਇੱਕ ਝਾਲਾ ਜਿਹਾ ਛਿੜ ਜਾਏ तो फिर वो झन झन नहीं रहिंदी, वो झनकार हो जाती है। जिहड़ी कोई चीज़ लगातार हो जाए ਉਹਦੇ ਨਾਲ एक कार शब्द आ जाता है। जिस तरह घुंघरू ही लै लो, एक बारी छनकाओ तो शन हो गया, दूसरी बारी हौली हौली छन छन छन। पर जे लगातार वो किसी रिदम दे विच आ जाण तो फिर घुंघरूआं दी छनकार असीं कह सकते हाँ। इस तरह वो ओम सी, पर लगातार होण करके ते उपनिषदां दे समय उसका नाम ओंकार हो गया। प्यार नाल आखो सतनाम श्री वाहिगुरू, ओंकार। फिर मनुखी सूझ कुछ होर बलवान होई, जवान होई। इसने होर सोच सोची भई ओम तो सी ते ओंकार भी ठीक है, पर यह फिर जगत रचना किद्दां होई। इत्थों ही यह जिहड़ी सोच है, इहदियां कई होर शाखां बनाईयां। समझ विच आ गई गल कि पहला ओम ब्रह्म सी, फिर वो निर्गुण सी, फिर वो आप ही एक तो दो हो गया। निर्गुण तो निर्गुण भी सी तो फिर सरगुण भी हो गया। प्यार नाल आखो सतनाम श्री वाहिगुरू। नाल नाल बाणी यदि वजाहत करी भी जाती है कि निर्गुण आप, सरगुण भी ओही। सूझ होर अगे गई, उन्होंने आख्या फिर वो दो तो तीन होया, तीन गुण हो गए उसदे, रजो तमो सतो। कहते ये समा अथर्बण वेद का सी, जदों कि जो कुछ परमात्मा की कोई शक्ति देखी गई, ਉਹਦਾ कोई स्वामी मिथलिया। जिस तरह अग्नि देखी तो ਉਹਦੇ ਲਈ एक देवता मिथलिया कि ਇਹਦਾ स्वामी बैसंतर है जी, उसका नाम। तो जे कोई जल देखिया तो ਜਿਹੜਾ धरती के उत्ते है समुंदर ਹਨ, ਉਹਨੂੰ वरण देवता कह लिया। तो साढ़े गुआढ़ी ख्वाजा खिजर कह लेंदे हैं। तो जिहड़ा आकाशां दे विचों आउंदा है, ਉਹਦਾ ਜਿਹੜਾ मालक है वो इंद्र देवता है। तो ਜਿਹੜੇ तीन गुण हो गए, रजो तमो सतो, उन्होंने भी फिर स्वामी मिथले गए, ब्रह्मा विष्णु शिव। तो इस तरह फिर ये ब्रह्मा विष्णु शिव कल्ले ना रहे, फिर इन्हें ये शादीशुदा हो गए। पार्वती हो गई, सरस्वती हो गई, लक्ष्मी जी हो गए। तो फिर कहाँ अगे परिवार चल पिया इन्हां दा। किसी का पुत्र गणेश हो गया, तो किसी का होर सनक सनंदन सनातन संत कुमार हो गए। तो फिर इदां ये रब ही एक टब्बरदार हो गया।
ਇਹ ਫਿਰ ਹੁੰਦਾ ਹੀ ਚਲਾ ਗਿਆ, ਬਹੁਤ ਜ਼ਿਆਦਾ ਵਿਸਥਾਰ ਹੋ ਗਿਆ ਤੇ ਫਿਰ ਮੈਸ ਪੈ ਗਈ, ਉਲਝਣ ਹੋ ਗਈ। ਕਿਹਨੂੰ ਕਿਹੜੇ ਵੇਲੇ ਮੰਨੀਏ? ਜੇ ਹੁਣ ਰੱਬ ਹੈ, ਜੇ ਕੋਈ ਬਾਪ ਮਾਨਯੋਗ ਹੈ ਤੇ ਉਹਦੇ ਕਿਹੜੇ ਪੁੱਤਰ ਨੂੰ ਪਿੱਛੇ ਛੱਡਿਆ ਜਾਵੇ ਤੇ ਕਿਹੜੇ ਨੂੰ ਅੱਗੇ ਕੀਤਾ ਜਾਵੇ? ਤੇ ਜੇ ਉਹਦੀ ਇਸਤਰੀ ਹੈ ਤੇ ਉਹ ਵੀ ਤੇ ਨਾਲ ਹੀ ਹੋਣੀ ਚਾਹੀਦੀ, ਉਹ ਵੀ ਪੂਜੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਬਹੁਤੀ ਬਾਟੀ ਬਹੁਤੀਆਂ ਰਸਤਿਆਂ ਦੇ ਉੱਤੇ ਇਹ ਜਗਤ ਚੱਲ ਪਿਆ। ਗੁਰੂ ਨਾਨਕ ਮਹਾਰਾਜ ਜੀ ਦਾ ਸਮਾਂ ਆਇਆ, ਗੁਰੂ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ, ਸੱਜਣੋ ਇੰਜ ਨਾ ਸਮਝੋ ਕਿ ਉਹ ਵਾਹਿਗੁਰੂ ਸਾਰਾ ਹੁਣ ਬਹੁਤ ਸਾਰੇ ਪਰਿਵਾਰ ਵਾਲਾ, ਵੱਡ ਪਰਿਵਾਰ ਵਾਲਾ ਹੋ ਗਿਆ, ਲੇਕਿਨ ਉਹ ਭਾਵੇਂ ਉਹਦੀ ਕੋਈ ਆਪਣੀ ਮੂਰਤ ਨਹੀਂ, ਪਰ ਇਹ ਸਾਰੀ ਦੁਨੀਆ ਜਿਹੜੀ ਹੈ ਉਸ ਦੀ ਹੀ ਮੂਰਤ ਹੈ, ਉਸ ਦਾ ਹੀ ਇਹ ਸਰੂਪ ਹੈ। ਸਹਿਸ ਤਬ ਨੈਣ ਨਨ ਨੈਣ ਹੈ ਤੋਹ ਕੋ, ਸਹਿਸ ਮੂਰਤ ਨਨ ਏਕ ਤੋ ਹੀ। ਇਸ ਵਾਸਤੇ ਉਹ ਹਮੇਸ਼ਾ ਤੋਂ ਇੱਕ ਹੈ, ਇੱਕ ਸੀ ਤੇ ਇੱਕ ਹੈ ਤੇ ਇੱਕ ਹੀ ਰਹੇਗਾ। ਗੁਰੂ ਮਹਾਰਾਜ ਜੀ ਨੇ ਆਖਿਆ ਇਹ ਓਂਕਾਰ ਜਿਹੜਾ ਹੈ ਇਹ ਫਿਰ ਨਾ ਕਦੀ ਇਦਾਂ ਵੰਡਿਆ ਜਾਵੇ, ਫਿਰ ਨਾ ਇਹਦੀਆਂ ਕੋਈ ਸ਼ਾਖਾ ਬਣ ਜਾਣ ਤੇ ਇਹਦੀਆਂ ਬ੍ਰਾਂਚਾਂ ਜਿਹੀਆਂ ਹੋ ਜਾਣ। ਤੋ ਇਹਦੇ ਲਈ ਗੁਰੂ ਮਹਾਰਾਜ ਜੀ ਨੇ ਇੱਕ ਹਿੰਸਾ ਲਿਖ ਦਿੱਤਾ ਨਾਲ ਇੱਕ ਦਾ, ਜਦ ਵੀ ਇਸ ਨੂੰ ਕੋਈ ਉਚਾਰਨ ਕਰੇ ਗੁਰਸਿੱਖ ਪਹਿਲਾਂ ਇੱਕ ਕਹੇ ਫਿਰ ਓਂਕਾਰ ਕਹੇ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀ ਯਾਦ ਵਿੱਚ ਇਹ ਗੱਲ ਰਹਿ ਜਾਏ। ਇਹੋ ਹੀ ਗੱਲ ਇਹਨਾਂ ਸਾਰੇ ਸ਼ਬਦਾਂ ਦੇ ਅੰਦਰ ਸਪਸ਼ਟ ਕੀਤੀ ਗਈ ਹੈ ਕਿ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ। ਇੱਕ ਹੈ, ਇੱਕ ਹੀ ਰਹੇਗਾ ਤੇ ਉਹ ਇੱਕ ਹੀ ਸੀ। ਲੇਕਿਨ ਜਦੋਂ ਅਸੀਂ ਇੱਕ ਓਂਕਾਰ ਕਹਾਂਗੇ ਦਾ ਜਾਪ ਕਰਾਂਗੇ ਤੇ ਥੋੜੀ ਜਿਹੀ ਲਿਪ ਮੂਵਮੈਂਟ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ, ਇਸ ਲਈ ਇਹਨੂੰ ਏਕ ਓਂਕਾਰ ਕਹਾਂਗੇ। ਇਹਦੇ ਵਿੱਚ ਇੱਕ ਵੀ ਆ ਗਿਆ ਤਾਂ ਓਂਕਾਰ ਦਾ ਵੀ ਇਹ ਹਿੱਸਾ ਆ ਗਿਆ। ਇਸ ਤਰ੍ਹਾਂ ਦਾ ਇੱਕ ਵਿਧਾਨ ਹੈ। ਤੋ ਇਸ ਵਿਧਾਨ ਅਨੁਸਾਰ ਇਹ ਏਕ ਓਂਕਾਰ, ਤੇ ਗੁਰੂ ਮਹਾਰਾਜ ਜੀ ਨੇ ਇਸ ਨੂੰ ਲਿਖਣ ਵਾਸਤੇ ਫਿਰ ਈੜੀ ਨੂੰ ਲਾਮ ਲਾ ਦਿੱਤੀ, ਕੱਕੇ ਨੂੰ ਟਿੱਪੀ ਤੇ ਦੂਸਰੇ ਕੱਕੇ ਨੂੰ ਕੰਨਾ ਤੇ ਫਿਰ ਰਾਰਾ ਲਿਖ ਕੇ ਇਹਨੂੰ ਏਕ ਓਂਕਾਰ ਲਿਖ ਦਿੱਤਾ। ਤੇ ਫਿਰ ਕਈ ਥਾਈਂ ਇੱਦਾਂ ਗਾਇਆ ਵੀ ਕਿ ਤੂੰ ਏਕ ਓਂਕਾਰ ਨਿਰਾਲਮ ਰਾਜਾ, ਤੂੰ ਆਪ ਸਵਾਰੈ ਜਨ ਕੇ ਕਾਜਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜਿਹੜੇ ਵਿਚਾਰ ਆਪ ਜੀ ਨੇ ਸੁਣੇ ਹਨ, ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਦਿੱਤੇ ਹਨ। ਗੁਰੂ ਨਾਨਕ ਮਹਾਰਾਜ ਜੀ ਦਾ ਸਾਡੇ ਉੱਤੇ ਪਰਉਪਕਾਰ ਇਸੇ ਤਰ੍ਹਾਂ ਦਾ ਹੀ ਹੈ, ਜਿਸ ਤਰ੍ਹਾਂ ਕੋਈ ਮਲਾ, ਕੋਈ ਜਹਾਜ਼ਰਾਨ ਆਪਣਾ ਬੇੜਾ ਲੈ ਜਾਂਦਾ ਹੈ ਡੂੰਘੇ ਸਮੁੰਦਰਾਂ ਦੇ ਅੰਦਰ, ਤੇ ਕੱਢ ਕੱਢ ਕੇ ਸਮੁੰਦਰਾਂ ਦੇ ਵਿੱਚੋਂ ਸੋਹਣੇ ਸੋਹਣੇ ਮੋਤੀ, ਹੀਰੇ, ਜਵਾਹਰਾਤ ਲਿਆ ਕੇ ਸਿਰਫ ਕੰਢਿਆਂ ਤੱਕ ਹੀ ਨਹੀਂ ਪਹੁੰਚਾਉਂਦਾ, ਬਲਕਿ ਉਹ ਘਰਾਂ ਤੱਕ ਉਹਦੀ ਪਹੁੰਚ ਕਰ ਦਿੰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਉੱਤੇ ਇਸ ਤਰ੍ਹਾਂ ਦਾ ਉਪਕਾਰ ਕੀਤਾ ਹੈ। ਉਹ ਜਿਹੜੇ ਹੀਰੇ ਤੇ ਜਵਾਹਰਾਤ ਹਨ, ਹੁਣ ਉਹ ਸਾਡੀ ਪਹੁੰਚ ਵਿੱਚ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਸਾਡੇ ਕੋਲ ਇੱਕ ਭੰਡਾਰ ਮੌਜੂਦ ਹੈ। ਇਸ ਵਾਸਤੇ ਕਬੀਰ ਜੀ ਨੇ ਆਖਿਆ ਸੀ, ਜੇ ਥੋੜੇ ਜਿਹੀ ਸਾਨੂੰ ਗੁਰੂ ਮਹਾਰਾਜ ਨਜ਼ਰ ਦੇ ਦੇਵੇ ਤੇ ਜੇ ਨਾ ਹੋਵੇ ਤੇ ਉਹਦੇ ਕੋਲੋਂ ਮੰਗ ਲਈਏ। ਮੰਗ ਲਈਦਾ ਹੈ ਜਿਹੜੀ ਚੀਜ਼ ਕੋਲ ਨਾ ਹੋਵੇ। ਗੁਰੂ ਮਹਾਰਾਜ ਕਹਿੰਦੇ ਨੇ ਕਿ ਐਸੀ ਮਤ ਦੀਜੈ ਮੇਰੇ ਠਾਕਰ। गुरु नानक महाराज जी की मुढ़ली तालीम सुना करते हैं अहले दिल, सदा तालीम नानक की, अगर पानी है तो पा तालीम नानक की। गुरु महाराज कहते ने गुरा एक देह बुझाई, सबना जियां का एक दाता सो मैं विसर न जाई। सा मत देह दयाल प्रभ जित तुम्हें अराधा। जे नज़र ना होवे ते ਉਹਦੇ ਕੋਲੋਂ ਨਜ਼ਰ ਮੰਗ ਲਓ। ਸਾਨੂੰ ਇਹ ਜਿਹੜੇ ਮੋਤੀ ਹੀਰੇ ਜਵਾਹਰਾਤ ਸਾਡਾ ਆਪਣਾ ਖਜ਼ਾਨਾ ਹੈ, ਸਾਡੇ ਪਿਓ ਦਾਦੇ ਦਾ, ਇਹ ਸਾਨੂੰ ਨਜ਼ਰ ਆ ਸਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਅੱਜ ਦੇ ਸਮੇਂ ਇੰਨਾ ਹੀ ਕਹਿ ਕੇ ਆਪ ਜੀ ਪਾਸੋਂ ਖਿਮਾ ਚਾਹੁੰਦਾ ਹਾਂ। ਸੋ ਇੱਥੇ ਜਿੱਥੋਂ ਕੀਰਤਨ ਦੀ ਪ੍ਰਾਰੰਭਤਾ ਹੋਈ ਸੀ ਉੱਥੇ ਫਿਰ ਸਮਾਪਤੀ ਕਰਦੇ ਹਾਂ। ਆਪ ਜੀ ਨੂੰ ਫਿਰ ਯਾਦ ਰਹਿ ਸਕੇ ਕਿ ਕਰਨ ਕਾਰਨ ਵਾਹਿਗੁਰੂ ਉਹ ਇੱਕੋ ਹੀ ਹੈ ਤੇ ਦੂਜਾ ਕੋਈ ਹੈ ਨਹੀਂ ਜਿਹਦਾ ਕੋਈ ਨਾਮ ਲੈ ਸਕੇ। ਕਰਨ ਕਾਰਨ ਪ੍ਰਭ ਏਕ ਹੈ, ਕਰਨ ਕਾਰਨ ਪ੍ਰਭ ਏਕ ਹੈ। ਕਰਨ
कारण प्रभ एक है, दूसर नाही कोई, दूसर नाही कोई। कारण कारण प्रभ एक है, कारण कारण प्रभ एक है। नानक इस बलहारणै, नानक इस बलहारणै। जल थल में ही अलसोए, जल थल में ही अलसोए, हे जल थल में ही अलसोए, जल थल में ही अलसोए। कर्ण